ਅੱਜ ਦੀ ਸਾਡੀ ਵੀਡੀਓ ਉਹਨਾਂ ਦੋਸਤਾਂ ਵਾਸਤੇ, ਉਹਨਾਂ ਭਾਈਆਂ ਵਾਸਤੇ ਹੈ ਜਿਹੜੇ ਦੋਸਤ ਕੁਰਬਾਨੀ ਦਾ ਗੋਸ਼ਤ ਨਹੀਂ ਖਾਂਦੇ, ਕਹਿੰਦੇ ਨੇ ਕਿ ਦਿਲ ਨਹੀਂ ਕਰਦਾ। ਐਵੇਂ ਇੱਕ ਬਹਾਨਾ ਲਾਉਂਦੇ ਨੇ ਕਿ ਇੰਨਾ ਜ਼ਿਆਦਾ ਗੋਸ਼ਤ ਜਗ੍ਹਾ ਜਗ੍ਹਾ ਤੇ ਵੇਖਿਆ ਯਾਰ ਦਿਲ ਅੱਕ ਗਿਆ, ਉਕਤਾ ਗਿਆ, ਦਿਲ ਨਹੀਂ ਕਰਦਾ ਗੋਸ਼ਤ, ਇਸ ਵਾਸਤੇ ਨਹੀਂ ਖਾਂਦੇ। ਕੋਈ ਐਵੇਂ ਇੱਕ ਅੱਧੀ ਵਾਰ ਚੀਦਾ ਜੀ ਬੋਟੀ ਕਿਸੇ ਜ਼ਬਰਦਸਤੀ ਕੀਤੀ ਤੇ ਖਾ ਲਈ। ਤਾਂ ਮੇਰਾ ਭਾਈ ਉਹਨਾਂ ਦੋਸਤਾਂ ਵਾਸਤੇ ਸਾਡੇ ਸ਼ਹਿਨशाह ਹਜ਼ੂਰ ਸਾਈਂ ਸਰਦਾਰ ਪਾਕ ਆਲਮ ਫਰਮਾਉਂਦੇ ਹੁੰਦੇ ਸਨ ਕਿ ਜਿਹੜਾ ਕੁਰਬਾਨੀ ਦਾ ਗੋਸ਼ਤ ਹੈ ਨਾ, ਇਹ ਮੇਰੇ ਅੱਲਾਹ ਕਰੀਮ ਨੇ ਇੱਕ ਵਾਹਿਦ ਮਸਕੀਨਾਂ ਵਾਸਤੇ, ਗਰੀਬਾਂ ਮਸਾਕੀਨ ਵਾਸਤੇ, ਗਰੀਬਾਂ ਵਾਸਤੇ ਅੱਲਾਹ ਪਾਕ ਨੇ ਖਾਸ ਤੋਹਫਾ ਇਨਾਮ ਭੇਜਿਆ ਹੈ। ਜਿਹੜੇ ਬਿਲਕੁਲ ਵਿਚਾਰੇ ਮਰੀਜ਼ ਬਿਮਾਰ ਗੋਸ਼ਤ ਨਹੀਂ ਖਾ ਸਕਦੇ ਸਨ ਨਾ, ਜਨਾਬ ਫਰਮਾਉਂਦੇ ਨੇ ਕਿ ਉਹਨਾਂ ਵਾਸਤੇ ਇੰਨੀ ਬਰਕਤਾਂ ਨਾਲ ਨਵਾਜ਼ਿਆ ਮੇਰੇ ਰੱਬ ਨੇ ਗੋਸ਼ਤ ਨੂੰ ਕਿ ਉਹ ਖਾ ਲੈਂਦੇ ਸਨ ਨਾ ਤਾਂ ਅੱਲਾਹ ਉਹਨਾਂ ਨੂੰ ਸ਼ਫਾ ਅਤਾ ਕਰ ਦਿੰਦਾ ਸੀ। तो मेरा भाई साईं पाक पूरा साल गोश्त नहीं सन खाते साढ़े मुर्शिद पाक। तो जिस दिन कुर्बानी होंदी सी ना, उस दिन जनाब गोश्त खाते सन और एडे शौक नाल खाते सन, रज के तसल्ली नाल गोश्त खाते सन। रोटी घट खाते सन तो गोश्त खाते सन, बल्कि रोटी की कोशिश होंदी सी भी अज दे दिन ना ही खाइए, फ़कत गोश्त खाइए। उनकी वजह यह सी कि अल्लाह पाक ने उस गोश्त कुर्बानी दे वाले दिन गोश्त दे विच इन्नी शफा रखी होंदी कि जिन्हों ने कदे भी गोश्त नहीं खाता होंदा या उन्होंने मना है भी कैंसर है, हैपेटाइटिस है, बुखार है या मैदे के अंदर जख्म है या अंदर कोई रसौली है, जो भी मसला है भी उन्हें ला इलाज हो गए ने। हजूर फरमाते सन कि इनू इस नीयत नाल कुर्बानी के गोश्त नू खा लवे ना जिहड़ा बंदा भी, अल्लाह पाक उन्होंने यकीनी तौर पर 100% शफा अता फरमा देंदा है। तो मेरा भाई जिहड़ा गोश्त है ਇਹਦੇ ਵਿੱਚ ਤੁਸੀਂ ਜਿਨ੍ਹਾਂ ਨੇ ਖਾਣਾ ਨਾ, ਜਿਨ੍ਹਾਂ ਕਦੇ ਵੀ ਨਹੀਂ ਖਾਧਾ, ਆਖਣਾ ਵੀ ਅੱਛਾ ਨਹੀਂ ਲੱਗਦਾ, ਜ਼ੈਕਾ ਅੱਛਾ ਨਹੀਂ ਹੁੰਦਾ, ਤਾਂ ਮੇਰਾ ਭਾਈ ਉਹ ਇੱਕ ਦਫਾ ਇਹਨੂੰ ਲਾਜ਼ਮੀ ਗੋਸ਼ਤ ਨੂੰ ਖਾ ਲੈਣ, ਚੈੱਕ ਕਰ ਲੈਣ। ਇਹ ਮੁਸਲਮਾਨਾਂ ਵਾਸਤੇ ਹੈ, ਉਹ ਲਾਜ਼ਮੀ ਗੋਸ਼ਤ ਖਾਂਦੇ ਹੁੰਦੇ ਨੇ, ਉਹ ਇਨਕਾਰੀ ਨਹੀਂ ਹੁੰਦੇ ਕਿ ਅਸੀਂ ਇਹ ਗੋਸ਼ਤ ਨਹੀਂ ਖਾਣਾ, ਖਾਂਦੇ ਨੇ। ਸ਼ਫਾ ਵਾਸਤੇ ਖਾਓ, ਜਿਨ੍ਹਾਂ ਨੂੰ ਬਿਲਕੁਲ ਲਾ ਇਲਾਜ ਬੈਠੇ ਨਾ, ਜਿਹੜੇ ਆਂਦੇ ਨੇ ਸਾਡਾ ਹੁਣ ਇਲਾਜ ਕੋਈ ਨਹੀਂ, ਮੌਤ ਦੀ ਕਸ਼ਮਕਸ਼ 'ਚ ਹੈ ਕਿ ਸਾਡੇ ਹੁਣ ਸਾਹ ਪੂਰੇ ਹੋਣੇ ਨੇ, इंशाअल्लाह वो इस नीयत नाल गोश्त खावन, अल्लाह के हुक्म नाल नानू मेरा करीम रब आपदी महबूब दे सदके शफा अता फरमाएगा और 100% फरमाएगा। दूसरी चीज़ है कि गोश्त दे विच सालन जो भी तुसी बनाओ ना, अज बहुत ज़्यादा प्रॉब्लम है, किसी ने बवासीर है, हैपेटाइटिस है, पेट इत्थों इत्थे आ गया, लंबक गया। तो मेरा भाई उन्हां वास्ते ਉਹ ਲਾਲ ਮਿਰਚ ਤੇ ਟਮਾਟਰ ਖਾਸ ਤੌਰ ਤੇ ਇਹ ਦੋ ਚੀਜ਼ਾਂ ਤੋਂ ਤੋਬਾ ਹੀ ਕਰ ਲੈਣ, ਇਹਨੂੰ ਤਾਂ ਛੱਡ ਹੀ ਦੇਣ, ਬਿਲਕੁਲ ਸਾਲਨ ਦੇ ਵਿੱਚ ਇਸਤੇਮਾਲ ਹੀ ਨਾ ਕਰਨ। ਤੇ ਡਾਲਡਾ ਘਿਓ ਆਇਲ ਜੋ ਵੀ ਹੈ ਇਹਨੂੰ ਵੀ ਬਿਲਕੁਲ ਲੈਕਰ ਛੱਡ ਦੇਣ। ਉਹ ਫਕਤ ਨਾ ਇਹ ਸਾਲਨ ਖਾਦੀ ਰੱਖਣ, ਕੱਦੂ ਸ਼ਰੀਫ ਦਾ ਬਣਾ ਲੈਣ, ਤੋਰੀ ਦਾ ਬਣਾ ਲੈਣ, ਟਿੰਡੇ ਦਾ ਬਣਾ ਲੈਣ। ਉਹਨਾਂ ਦੇ ਸਿਰ ਨੂੰ ਮੁਸਲਸਲ ਦਿਨ ਰਾਤ ਦਰਦ ਰਹਿੰਦੀ, ਨੀਂਦ ਨਹੀਂ ਆਉਂਦੀ, ਨੀਂਦ ਦੀਆਂ ਗੋਲੀਆਂ ਖਾ ਕੇ ਸੌਂਦੇ ਨੇ। ਉਹਨਾਂ ਦੋਸਤਾਂ ਵਾਸਤੇ ਅਸੀਂ ਸਾਲਨ ਦੱਸਦੇ ਪਏ ਜੋ ਇਹਦੀ ਰੈਸਪੀ ਹੈ। ਇਹਦੇ ਤੁਸੀਂ ਥੋਮ ਜਿਹੜਾ ਪਾਉਂਦੇ ਨੇ ਆ ਰੂਟੀਨ 1 ਗੰਢੀ ਪਾ ਲੈਂਦੇ ਨੇ, ਅੱਧੀ ਪਾਉਂਦੇ ਨੇ, ਉਹ 1 ਤੋਂ 1.5 ਗੰਢੀ ਪਾ ਲੈਣ, 2 ਪਾ ਲੈਣ, ਬੇਹੱਦ ਫਾਇਦਾ ਹੋਏਗਾ। ਇਹ ਬਲੱਡ ਪ੍ਰੈਸ਼ਰ ਵਾਸਤੇ ਬੇਮਿਸਾਲ ਅੱਲਾਹ ਪਾਕ ਨੇ ਸੁਗਾਤਾ ਕੀਤੀ ਜੇ ਥੋਮ। ਤਾਂ ਜਿਹੜਾ ਅਦਰਕ ਹੈ, ਅਦਰਕ ਦਾ ਤੁਸੀਂ ਐਡਾ ਕੁ ਟੁਕੜਾ ਪੀਸ ਪਾਉਂਦੇ ਜੇ, ਤੁਸੀਂ ਇਹਨੂੰ ਜ਼ਿਆਦਾ ਪੀਸ ਉਹਨਾਂ ਡਬਲ ਕਰ ਲਓ ਜਾਂ 1.5 ਹਿੱਸਾ ਜ਼ਿਆਦਾ ਕਰ ਲਓ। ਉਹਦੀ ਵਜ੍ਹਾ ਹੈ ਜਿਹੜੀ ਮਿਹਦੇ ਦੇ ਵਿੱਚ ਨਾ ਫੰਗਸ ਬਣ ਜਾਂਦੀ ਨਾ, ਇਹਨੂੰ ਕਬਜ਼ ਬਣ ਗਈ ਜਾਂ ਇਹਦੇ ਵਿੱਚ ਆ ਜਾਂਦੀ ਸੋਜ਼ਸ਼ ਆ ਜਾਂਦੀ ਹੈ, ਇਸ ਚੀਜ਼ ਨੂੰ ख़त्म ਕਰਦਾ ਜੇ। ਇਹਦੇ ਵਿੱਚ ਹਲਦੀ ਦਾ ਤੁਸੀਂ ਜਿੱਥੇ ਚਮਚ ਪਾਉਂਦੇ ਜੇ 2 ਚਮਚ ਦਾ ਇਸਤੇਮਾਲ ਕਰਿਆ ਜੇ। ਇਹ ਜੋੜਾਂ ਦੀਆਂ ਦਰਦਾਂ ਵਾਸਤੇ ਬੇਇੰਤਹਾ ਫਾਇਦੇਮੰਦ ਚੀਜ਼ ਹੈ। ਫਿਰ ਸਾਲਨ ਦੇ ਵਿੱਚ ਤੁਸੀਂ ਇਹਨੂੰ ਪਾ ਕੇ ਜ਼ਿਆਦਾ ਇਸਤੇਮਾਲ ਕਰ ਸਕਦੇ ਜੀ। ਇਹਨੂੰ ਤੁਸੀਂ ਇਸਤੇਮਾਲ ਕਰੋ, 1 ਹਫ਼ਤੇ ਤੱਕ ਇਸਤੇਮਾਲ ਕਰੋ। इंशाअल्लाह ਜਿਹੜੇ ਇਹਨਾਂ ਦੇ ਸੋਜਾਂ ਨੇ ਨਾ, ਜਿਹੜੇ ਇਹਨਾਂ ਦੀਆਂ ਅੱਖਾਂ ਸੁੱਜ ਜਾਂਦੀਆਂ ਨੇ, ਮੂੰਹ ਚਿਹਰਾ ਸੁੱਜ ਜਾਂਦਾ, ਨੀਂਦ ਨਹੀਂ ਆਉਂਦੀ, ਸਾਰਾ ਦਿਨ ਬੇਚੈਨੀ, ਬਸ ਬੜੇ ਪਰੇਸ਼ਾਨ, इंशाअल्लाह ਇਹਨਾਂ ਦੀ ਬੇਚੈਨੀ ਵੀ ਖਤਮ ਹੋ ਜਾਏਗੀ, ਉਹਨਾਂ ਦੇ ਸੋਜਾਂ ਵੀ ਲੈ ਜਾਣਗੀਆਂ, ਉਹਨਾਂ ਦੇ ਸਿਰ ਦੀ ਦਰਦ ਵੀ ਖਤਮ ਹੋ ਜਾਏਗੀ। ਬਿਲਕੁਲ ਹਲਕਾ ਫੁਲਕਾ ਜਿਹਾ ਖਾਣਾ ਬੰਦੇ ਨੂੰ ਘਿਓ ਦੇ ਵਿੱਚ ਬਣਾ ਲਓ, ਦੇਸੀ ਬਣਾ ਲਓ ਜਾਂ ਜ਼ੈਤੂਨ ਦੇ ਤੇਲ ਦੇ ਵਿੱਚ ਬਣਾ ਲਓ, ਇਹਦਾ ਬੇਹੱਦ ਫਾਇਦਾ ਜੇ। ਅਗਰ ਕੋਈ ਖਾ ਸਕਦਾ ਤਾਂ ਜਿਹੜਾ ਕੌੜਾ ਤੇਲ ਹੈ ਇਹਦੇ ਵਿੱਚ ਬਣਾ ਲਓ। ਇਹਨਾਂ ਦੇ ਫਾਇਦੇ ਨੇ ਵੀ ਜਿਹੜੀ ਅੰਤੜੀਆਂ ਦੇ ਵਿੱਚ ਖੁਸ਼ਕੀ ਹੋ ਗਈ ਹੈ ਨਾ, ਪਾਣੀ ਮੰਗਦੀਆਂ ਨੇ, ਮੂੰਹ ਪਾਣੀ ਮੰਗਦਾ ਹੈਗਾ, ਅੰਦਰ ਜਾਣ ਦੀ ਗੁੰਜਾਇਸ਼ ਨਹੀਂ ਹੁੰਦੀ। ਉਹਦੀ ਵਜ੍ਹਾ ਹੈ ਵੀ ਅੰਤੜੀਆਂ ਤੁਹਾਡੀਆਂ ਦੇ ਵਿੱਚ ਜਦੋਂ ਵੀ ਰੋਟੀ ਕੋਈ ਚੀਜ਼ ਇਹੋ ਜਿਹੀ ਖਾਂਦੇ ਨੇ ਨਾ ਤਾਂ ਉਹ ਸਾਰਾ ਚੂਸ ਲੈਂਦੀ ਹੈ, ਅੰਤੜੀਆਂ ਨੂੰ ਪਿਆਸ ਹੈ। ਇਹਦੇ ਵਾਸਤੇ ਤੁਸੀਂ ਪਾਣੀ ਵਾਲੀ ਸਬਜ਼ੀ ਦਾ ਇਸਤੇਮਾਲ ਕਰੋ, ਸ਼ੋਰਬੇ ਵਾਲੀ ਦਾ ਇਸਤੇਮਾਲ ਕਰੋ, ਜਿਵੇਂ ਮੈਂ ਦੱਸੀ ਇਸ ਤਰ੍ਹਾਂ ਇਸਤੇਮਾਲ ਕਰੋ।
ਤੇ ਚਮਚੀਆਂ ਨਾਲ ਵੇਲੇ ਛਕ ਦੀ ਖਾਓ। ਰੋਟੀ ਇੱਕ ਅੱਧਾ ਦਿਨ ਛੱਡ ਵੀ ਦਿਓ, ਕੋਈ ਗੱਲ ਨਹੀਂ, ਪੇਟ ਹੀ ਭਰਨਾ ਨਾ, ਪੇਟ ਤੁਸੀਂ ਸਾਲਨ ਨਾਲ ਭਰ ਲਓ। ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਤੁਹਾਨੂੰ ਭੁੱਖ ਵੀ ਬੜੀ ਖੂਬਸੂਰਤ ਲੱਗੇਗੀ, ਤੁਹਾਨੂੰ ਨੀਂਦ ਬਹੁਤ ਅੱਛੀ ਆ ਜਾਏਗੀ, ਤੁਹਾਡੀਆਂ ਦਰਦਾਂ ਖਤਮ ਹੋ ਜਾਣਗੀਆਂ ਔਰ ਤੁਹਾਨੂੰ ਖੁਦ ਅਹਿਸਾਸ ਹੋਏਗਾ ਕਿ ਯਾਰ ਸਾਨੂੰ ਆਪਦੀ ਤਬੀਅਤ ਦਾ ਧਿਆਨ ਕਰਨਾ ਚਾਹੀਦਾ, ਖਿਆਲ ਕਰਨਾ ਚਾਹੀਦਾ ਹੈ। ਤੇ ਆ ਜਿਹੜੇ ਦੋਸਤਾਂ ਨੂੰ ਮੈਂ ਗੋਸ਼ਤ ਦਾ ਕੁਰਬਾਨੀ ਆਖਿਆ, ਇਨਸ਼ਾਅੱਲਾ ਤੁਸੀਂ ਇਹ ਵੀ ਇਸੇ ਰੈਸਪੀ ਨਾਲ ਇਸਤੇਮਾਲ ਕਰਿਆ ਜੇ। ਐਡਾ ਲਜ਼ੀਜ਼, ਐਡਾ ਮਜ਼ੇਦਾਰ ਬਣੇਗਾ ਕਿ ਤੁਸੀਂ ਖਾਂਦੇ ਖਾਂਦੇ ਇਹਦੇ ਤੋਂ ਥੱਕਣਾ ਹੀ ਨਹੀਂ ਦਾ, ਰਜਣਾ ਹੀ ਨਹੀਂ ਦਾ, ਤੁਹਾਡਾ ਦਿਲ ਕਰਸੀ ਦਿਨ ਰਾਤ ਸਾਨੂੰ ਗੋਸ਼ਤ ਦੀ ਲੱਭੀ ਜਾਵੇ, ਅਸੀਂ ਇਹ ਖਾਧੀ ਜਾਵੀਏ। ਤੇ ਇਨਸ਼ਾਅੱਲਾ ਅੱਲਾਹ ਪਾਕ ਤੁਹਾਨੂੰ ਸ਼ਿਫਾ ਵੀ ਤਾ ਕਰਸੀ। ਗੋਸ਼ਤ ਤਾਂ ਅਸੀਂ ਪਹਿਲੇ ਵੀ ਤੁਹਾਨੂੰ ਦੱਸਿਆ, ਬਾਅਦ ਵਿੱਚ ਵੀ, ਕਿ ਇਹਦੇ ਖਾਣ ਦੀਆਂ ਬਰਕਤਾਂ ਨੇ। ਜਿਹੜੇ ਖਾਂਦੇ ਨੇ ਇਹਨਾਂ ਦੀ ਬਰਕਤਾਂ ਦਾ ਪਤਾ ਵੀ ਉਹਨਾਂ ਨੂੰ ਹੁੰਦਾ ਹੈ, ਤੇ ਜਿਹੜੇ ਨਹੀਂ ਖਾਂਦੇ ਡਰਦੇ ਵੀ ਅਸੀਂ ਬਿਮਾਰ ਹਾਂ ਤੇ ਬਿਮਾਰ ਹੋ ਜਾਸੇ, ਉਹ ਇੱਕ ਦਫਾ ਸਾਡੇ ਆਖਣ ਤੇ ਚੈੱਕ ਕਰ ਲੈਣ, ਖਾ ਲੈਣ, ਉਹਨਾਂ ਨੂੰ ਸ਼ਿਫਾ ਮਿਲੇ ਤਾਂ ਦੁਬਾਰਾ ਫਿਰ ਰੱਜ ਕੇ ਖਾ ਲੈਣ, ਤੇ ਫਿਰ ਸਾਨੂੰ ਦੱਸਣ ਜ਼ਰੂਰ ਕਿ ਇਸ ਤਾਂ ਡਰਦਿਆਂ ਡਰਦਿਆਂ ਖਾਧਾ ਸੀ, ਅੱਲਾ ਨੇ ਨਾ ਸਾਡੇ ਤੇ ਮਿਹਰਬਾਨੀ ਕੀਤੀ ਵੀ ਅੱਗੇ ਨਾਲੋਂ ਸਾਨੂੰ ਸਹਾਰਾ ਮਿਲਿਆ ਤੇ ਅਸੀਂ ਰੱਜ ਕੇ ਖਾਧਾ, ਤੇ ਉਦੋਂ ਪਿੱਛੇ ਮੈਂ ਤਾਂ ਬਿਲਕੁਲ ਠੀਕ ਹੋ ਗਿਆ। ਔਰ ਇਨਸ਼ਾਅੱਲਾ 100% ਅਸੀਂ ਤੁਹਾਡਾ ਇੰਤਜ਼ਾਰ ਕਰਾਂਗੇ ਕਿ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਿਆ ਜੇ ਜ਼ਰੂਰ ਕਿ ਅੱਲਾ ਨੇ ਸਾਨੂੰ ਸ਼ਿਫਾ ਅਤਾ ਕੀਤੀ। ਕਿੰਨੇ ਮਿੰਟ ਦੀ ਬਣੀ?